ਭੂਰਿਆਂ ਵਾਲੇ ਰਾਜੇ ਕੀਤੇ ਭਾਗ 41। ਮੱਸੇ ਰੰਘੜ ਵੱਲੋਂ ਦਰਬਾਰ ਸਾਹਿਬ ਵਿੱਚ ਵੇਸਵਾ ਦਾ ਨਾਚ ਮੁਜਰਾ ਅਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਲੈ ਕੇ ਬੀਕਾਨੇਰ ਪਹੁੰਚ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਦਰ ਸ਼ਾਹ ਨੇ ਜੋ ਝਾੜ ਜ਼ਕਰੀਆ ਖਾਨ ਨੂੰ ਪਾਈ, ਉਸ ਨੇ ਉਸ ਦੇ ਗੁੱਸੇ ਦੀ ਅੱਗ ਨੂੰ ਪ੍ਰਚੰਡ ਕਰ ਦਿੱਤਾ। ਸਭ ਕਾਰਦਾਰਾਂ, ਆਮਲਾਂ, ਨੰਬਰਦਾਰਾਂ ਨੂੰ ਸਖਤ ਹੁਕਮ ਚਾੜੇ ਕਿ ਜਿੱਥੇ ਸਿੱਖ ਵੇਖੋ ਥਾਂ ਤੇ ਹੀ ਮਾਰ ਦਿਓ। ਇਹਨਾਂ ਦੇ ਘਰ ਘਾਟ ਤੇ ਫਸਲਾਂ ਫੂਕ ਦਿਓ। ਕੋਈ ਸ਼ਖਸ ਇਹਨਾਂ ਨੂੰ ਪਨਾਹ ਨਾ ਦੇਵੇ। ਗਸ਼ਤੀ ਫੌਜਾਂ ਦਾ ਕੰਮ ਹੋਰ ਤੇਜ਼ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਤੇ ਪਾਬੰਦੀ ਲਾ ਦਿੱਤੀ। ਮੰਡਿਆਲੀ ਪਿੰਡ ਦਾ ਮੱਸਾ ਰੰਘੜ ਫੌਜਦਾਰ ਸੀ ਤੇ ਸ੍ਰੀ ਅੰਮ੍ਰਿਤਸਰ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਸੀ। ਉਸ ਨੇ ਸ੍ਰੀ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਘੇਰ ਲਿਆ। ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਕਰਕੇ ਉੱਥੇ ਹੈੱਡਕੁਆਰਟਰ ਬਣਾ ਲਿਆ। ਸਰੋਵਰ ਨੂੰ ਪੂਰਨ ਦਾ ਹੁਕਮ ਦੇ ਕੇ ਦਰਬਾਰ ਸਾਹਿਬ ਵਿੱਚ ਵੇਸਵਾ ਦਾ ਨਾਚ ਮੁਜਰਾ ਸ਼ੁਰੂ ਕਰ ਦਿੱਤਾ। ਪਰਿਕਰਮਾ ਵਿੱਚ ਹੀ ਗਊਆਂ ਹਲਾਲ ਹੁੰਦੀਆਂ ਤੇ ਰਿੱਝਦੀਆਂ ਅਤੇ ਦਾਰੂ ਦੇ ਜਾਮ ਉੱਡਦੇ। ਕਿਹੜਾ ਕੁਕਰਮ ਸੀ ਜੋ ਉੱਥੇ ਨਹੀਂ ਸੀ ਹੋ ਰਿਹਾ। ਇਹ ਨਿਤ ਦਿਨ ਦਾ ਤਮਾਸ਼ਾ ਬਣ ਗਿਆ। ਮੱਸੇ ਰੰਘੜ ਨੂੰ ਕਰਨੀ ਦਾ ਫਲ। ਇਸ ਵੇਲੇ ਬਹੁਤੇ ਸਿੰਘ ਮਾਲਵੇ ਤੇ ਬੀਕਾਨੇਰ ਵੱਲ ਨਿਕਲ ਗਏ ਸਨ। ਕਈਆਂ ਨੇ ਉਧਰ ਜਾ ਨੌਕਰੀਆਂ ਕੀਤੀਆਂ। ਮੱਸੇ ਰੰਘੜ ਵੱਲੋਂ ਕੀਤੀ ਜਾ ਰਹੀ ਅੱਤ ਦੀ ਖਬਰ ਬੁੱਢੇ ਜੋੜ ਜਾ ਪਹੁੰਚੀ। ਜਥੇਦਾਰ ਬੁੱਢਾ ਸਿੰਘ ਤਰਨਾ ਦਲ ਦੇ ਦੋ ਧਰਮਵੀਰ ਸਰਦਾਰ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਬੀੜਾ ਚੁੱਕ ਕੇ ਤੁਰੇ ਕਿ ਜਾਂ ਰੰਘੜ ਦਾ ਸਿਰ ਵੱਢ ਕੇ ਇੱਥੇ ਲਿਆਵਾਂਗੇ ਤੇ ਜਾਂ ਉੱਥੇ ਹੀ ਸ਼ਹੀਦੀ ਪਾ ਜਾਵਾਂਗੇ। ਪਿੰਡ ਵੱਡੇ ਸਭਰਾਵਾਂ ਲਾਗੋਂ ਠੀਕਰੀਆਂ ਗੋਲ ਕਰਕੇ ਬੋਰੀਆਂ ਵਿੱਚ ਪਾ ਲਈਆਂ ਤੇ ਨੰਬਰਦਾਰਾਂ ਦਾ ਭੇਸ ਬਣਾ ਲਿਆ ਕਿ ਮੱਸੇ ਰੰਘੜ ਨੂੰ ਆਪਣੇ ਪਿੰਡੋਂ ਮਾਮਲਾ ਤਾਰਨ ਚੱਲੇ ਹਾਂ। ਘੋੜਿਆਂ ਉੱਤੇ ਚੜੇ ਲਾਚੀ ਬੇਰ ਪਾਸ ਜਾ ਉਤਰੇ ਤੇ ਘੋੜੇ ਇੱਥੇ ਬੇਰੀ ਨਾਲ ਬੰਨ੍ਹ ਦਿੱਤੇ। ਉਹਨਾਂ ਨੇ ਮੁਸਲਮਾਨ ਜ਼ਿਮੀਂਦਾਰਾਂ ਵਾਂਗ ਕੇਸ ਪਿਛਾਂਹ ਸੁੱਟ ਕੇ ਮੜਾਸੇ ਮਾਰੇ ਹੋਏ ਸਨ। ਕਿਸੇ ਸ਼ੱਕ ਨਾ ਕੀਤਾ। ਉਹਨਾਂ ਰਵਾਂ ਰਵੀਂ ਜਾ ਕੇ ਬੋਰੀਆਂ ਮੱਸੇ ਰੰਘੜ ਦੇ ਪਲੰਘ ਹੇਠ ਜਾਣ ਬੁੱਝ ਕੇ ਰੱਖ ਦਿੱਤੀਆਂ। ਆਪ ਲਾਗੇ ਹੋ ਕੇ ਖੜੇ ਹੋ ਗਏ। ਵੇਸਵਾ ਨੱਚ ਰਹੀ ਸੀ ਤੇ ਮਹਿਫਿਲ ਭਖੀ ਹੋਈ ਸੀ। ਉੱਗੇ ਸ਼ਹਿਰੀ ਅੰਦਰ ਬੈਠੇ ਨਾਚ ਗਾਣੇ ਦਾ ਸਰੂਰ ਲੈ ਰਹੇ ਸਨ। ਰੰਘੜ ਨਸ਼ੇ ਵਿੱਚ ਧੁੱਤ ਮੰਜੇ ਤੇ ਬੈਠਾ ਸੀ। ਪਲਕੋ ਪਿੱਛੋਂ ਪਲੰਘ ਤੋਂ ਸਿਰ ਹੇਠਾਂ ਝੁਕਾ ਕੇ ਹੱਥ ਨਾਲ ਟੋਹ ਕੇ ਵੇਖਣ ਲੱਗਾ ਕਿ ਬੋਰੀਆਂ ਵਿੱਚ ਕੀ ਹੈ। ਬਸ ਸਿੰਘ ਇਸੇ ਸਮੇਂ ਦੀ ਉਡੀਕ ਵਿੱਚ ਸਨ। ਸਰਦਾਰ ਮਹਿਤਾਬ ਸਿੰਘ ਨੇ ਇੱਕ ਐਸਾ ਹੱਥ ਤਲਵਾਰ ਦਾ ਮਾਰਿਆ ਕਿ ਵੱਢਿਆ ਸਿਰ ਨੱਚਦੀ ਕੰਜਰੀ ਦੇ ਪੈਰਾਂ ਲਾਗੇ ਜਾ ਡਿੱਗਾ। ਜੋ ਸਰੋਤੇ ਬੈਠੇ ਸਨ ਉਹਨਾਂ ਨੂੰ ਵੀ ਮੌਤ ਦੇ ਜਾਮ ਛਕਾ ਦਿੱਤੇ। ਜਨਾਨੀ ਕਰਕੇ ਵੇਸਵਾ ਨੂੰ ਕੁਝ ਨਹੀਂ ਕਿਹਾ। ਸਿਰ ਚੁੱਕ ਕੇ ਭੂਰੇ ਵਿੱਚ ਲਪੇਟ ਲਿਆ। ਦਰਬਾਰ ਸਾਹਿਬ ਦਾ ਦਰਵਾਜ਼ਾ ਬੰਦ ਕਰਕੇ ਲਾਚੀ ਬੇਰੀ ਨਾਲੋਂ ਘੋੜੇ ਖੋਲ ਸਵਾਰ ਹੋ ਕੇ ਆ ਗਏ ਤੇ ਆਉ ਗਏ। ਜਦ ਤੀਕ ਛੋਟੇ ਅਫਸਰਾਂ ਨੂੰ ਪਤਾ ਲੱਗਾ ਕਿ ਕੀ ਘਟਨਾ ਵਾਪਰ ਗਈ ਹੈ, ਉਦੋਂ ਤੱਕ ਕਰਨੀ ਕਰਨ ਵਾਲੇ ਬਹੁਤ ਦੂਰ ਜਾ ਚੁੱਕੇ ਸਨ। ਸਿੰਘ ਮੱਸੇ ਰੰਘੜ ਦਾ ਸਿਰ ਲੈ ਕੇ ਬੀਕਾਨੇਰ ਪਹੁੰਚ ਗਏ। ਜਦ ਸਿੰਘ ਮੱਸੇ ਰੰਘੜ ਦਾ ਸਿਰ ਲੈ ਕੇ ਅੰਮ੍ਰਿਤਸਰੋਂ ਨਿਕਲੇ ਤਾਂ ਖਬਰ ਲੱਗਣ ਤੇ ਦਰਬਾਰ ਸਾਹਿਬ ਨੂੰ ਘੇਰਾ ਪਾਈ ਬੈਠੀ ਫੌਜ ਦੇ ਘੋੜ ਸਵਾਰਾਂ ਨੇ ਕਾਤਲਾਂ ਨੂੰ ਫੜਨ ਲਈ ਮਗਰ ਧਾਈ ਕੀਤੀ ਤੇ ਵਾਹੋ ਦਾਹੀ ਪਿੰਡ ਕਦ ਤੱਕ ਫੜ ਲਓ ਮਾਰ ਲਓ ਦੀ ਲਾਲਾ ਲਾਲਾ ਕਰਦੇ ਆਏ। ਇਹ ਕਦ ਪਿੰਡ ਤਰਨ ਤਾਰਨ ਤੋਂ ਉੱਤਰ ਚੜ੍ਹਦੀ ਨੁਕਰੇ ਤਰਨ ਤਾਰਨ ਜੰਡਿਆਲੇ ਵਾਲੀ ਸੜਕੋਂ ਥੋੜਾ ਜਿਹਾ ਹਟ ਕੇ ਹੈ। ਤਰਨ ਤਾਰਨੋਂ ਕਾਂ ਉਡਾਰੀ 3 ਕਿਲੋਮੀਟਰ ਦੀ ਵਿੱਥ ਤੇ ਹੈ। ਕਦ ਪਿੰਡ ਤੋਂ ਅੱਗੇ ਡਾਢਾ ਸੰਘਣਾ ਜੰਗਲ ਸੀ। ਦੂਜੀ ਗੱਲ ਵੱਡੀ ਵਿੱਥ ਦੀ ਸੀ ਜੋ ਹਰ ਪਲ ਵੱਧਦੀ ਜਾਂਦੀ ਸੀ। ਕਦ ਲਾਗੇ ਆ ਕੇ ਕੋਈ ਪਤਾ ਨਾ ਲੱਗੇ ਕਿ ਅੱਗੇ ਜਾਣ ਵਾਲੇ ਦੋਵੇਂ ਕਿੱਧਰ ਗਏ। ਸਿੰਘਾਂ ਮਗਰ ਸੰਘਣੇ ਜੰਗਲ ਵਿੱਚ ਵੜਨ ਦਾ ਕਿਸੇ ਨੂੰ ਹੀਆ ਨਾ ਪਿਆ। ਫੌਜੀ ਦਸਤਾ ਝੱਕ ਮਾਰ ਕੇ ਵਾਪਸ ਮੁੜ ਗਿਆ। ਸਰਦਾਰ ਸੁੱਖਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਚੋਲੇ ਥਾਣੀ ਹੁੰਦੇ ਹੋਏ ਸਭਰਾਵਾਂ ਪਿੰਡ ਲਾਗੇ ਜਾ ਟਿਕੇ। ਅਗਲੀ ਸਵੇਰ ਘੋੜੇ ਦਰਿਆ ਵਿੱਚ ਸੁੱਟੇ ਪਾਰ ਹੋ ਕੇ ਮਾਲਵੇ ਦੀ ਧਰਤੀ ਵਿੱਚ ਜਾ ਵੜੇ ਤੇ ਮੰਜ਼ਲਾਂ ਮਾਰਦੇ ਹੋਏ ਹਨੂਮਾਨਗੜ੍ਹ ਰਾਜਸਥਾਨ ਰਾਹੀਂ ਰਾਤ ਟਿਕ ਕੇ ਦਿਨ ਬੁੱਢੇ ਜੋੜ ਦੇ ਸਥਾਨ ਤੇ ਜਿੱਥੇ ਜਥੇਦਾਰ ਬੁੱਢਾ ਸਿੰਘ ਦਾ ਦਲ ਟਿਕਿਆ ਹੋਇਆ ਸੀ
ਤੇ ਜਿੱਥੋਂ ਇਹ ਦੋਵੇਂ ਮੱਸੇ ਰੰਗੜ ਨੂੰ ਸੋਧਣ ਲਈ ਰਵਾਨਾ ਹੋਏ ਸਨ, ਪਹੁੰਚ ਜਾ ਜੈਕਾਰੇ ਛੱਡੇ। ਵਲੇਟੇ ਹੋਏ ਭੂਰੇ ਚੋਂ ਮੱਸੇ ਰੰਗੜ ਦਾ ਸਿਰ ਕੱਢ ਕੇ ਜਥੇਦਾਰ ਮੂਹਰੇ ਰੱਖ ਦਿੱਤਾ। ਇਹਨਾਂ ਦੋ ਸਿੰਘਾਂ ਦੇ ਇਸ ਮਹਾਨ ਕਾਰਨਾਮੇ ਤੇ ਸਾਰਿਆਂ ਧੰਨ ਧੰਨ ਕਿਹਾ। ਸਾਰੇ ਖੁਸ਼ ਸਨ ਕਿ ਪਾਪੀ ਨੂੰ ਕਾਲੀ ਕਰਤੂਤ ਦਾ ਫਲ ਮਿਲਿਆ, ਤੇ ਜੋ ਵਾਹਿਗੁਰੂ ਨੂੰ ਅੰਗ ਸੰਗ ਮੰਨ ਕੇ ਸਿਰ ਤਲੀ ਤੇ ਧਰ ਕੇ ਆਪਣੇ ਇਸ਼ਟ ਦੇ ਲੇਖੇ ਲੱਗਣ ਗਏ ਸਨ, ਉਹ ਸੁਰਖਰੂ ਹੋ ਕੇ ਪਰਤੇ। ਸਾਰਿਆਂ ਸਿੰਘਾਂ ਗੁਰਮਤਾ ਕਰਕੇ ਮੱਸੇ ਰੰਗੜ ਦਾ ਸਿਰ ਅੱਗ ਵਿੱਚ ਸਾੜ ਦਿੱਤਾ। ਜਿਸ ਥਾਂ ਉੱਤੇ ਇਸ ਦੁਸ਼ਟ ਆਤਮਾ ਦਾ ਨਾਪਾਕ ਸਿਰ ਸਾੜਿਆ ਗਿਆ, ਲਾਗੇ ਖੜਾ ਜੰਡ ਦਾ ਰੁੱਖ ਅੱਜ ਵੀ ਗਵਾਹੀ ਭਰਦਾ ਹੈ। ਜਿਉਂਦੀਆਂ ਕੌਮਾਂ ਕਦੀ ਨਹੀਂ ਸਹਾਰਦੀਆਂ ਕਿ ਕੋਈ ਉੱਠ ਕੇ ਉਹਨਾਂ ਦੇ ਧਰਮ ਅਸਥਾਨਾਂ ਦਾ ਅਪਮਾਨ ਕਰੇ। ਜੇ ਕੋਈ ਹੈਂਕੜ ਵਿਖਾਵੇ ਤਾਂ ਉਸ ਨੂੰ ਸਜ਼ਾ ਦੇਣੀ ਵੀ ਉਹ ਜਾਣਦੀਆਂ ਹਨ। ਮੱਸੇ ਰੰਗੜ ਦੇ ਕਤਲ ਦੀ ਘਟਨਾ ਨੇ ਸਾਰੇ ਪੰਜਾਬ ਵਿੱਚ ਥਲਕਾ ਮਚਾ ਦਿੱਤਾ। ਮੁਗਲ ਅਫਸਰਸ਼ਾਹੀ ਤੇ ਚੁਗਲਾਂ ਦੇ ਦਿਲ ਹਿਲਾ ਦਿੱਤੇ। ਉਹ ਸਮਝਣ ਲੱਗ ਪਏ ਕਿ ਸਾਡੇ ਕੀਤੇ ਕੁਕਰਮਾਂ ਤੇ ਪਾਪਾਂ ਦੀ ਸਜ਼ਾ ਮੱਸੇ ਰੰਗੜ ਵਾਂਗ ਇੱਕ ਦਿਨ ਸਾਨੂੰ ਵੀ ਮਿਲ ਸਕਦੀ ਹੈ। ਇੱਥੋਂ ਤੱਕ ਕਿ ਸੂਬੇਦਾਰ ਜ਼ਕਰੀਆ ਖਾਨ ਦਾ ਦਿਲ ਵੀ ਅੰਦਰੋਂ ਕੰਬ ਗਿਆ। ਇਹ ਘਟਨਾ ਮੁਗਲ ਹਕੂਮਤ ਦੀ ਤਾਕਤ ਤੇ ਵਕਾਰ ਉੱਤੇ ਬੜੀ ਕਰਾਰੀ ਚੋਟ ਸੀ, ਜਿਸ ਬਾਰੇ ਖਾਨ ਬਹਾਦਰ ਤੇ ਉਸ ਦੀ ਦਿੱਲੀ ਵਾਲੇ ਮਾਲਕਾਂ ਨੇ ਕਦੀ ਸੋਚਿਆ ਵੀ ਨਹੀਂ ਸੀ। ਮੱਸੇ ਰੰਗੜ ਦਾ ਪਰਿਵਾਰ ਲਾਹੌਰ ਜਾ ਪਿਟਿਆ। ਮੱਸੇ ਰੰਗੜ ਦੀ ਬਿਨਾਂ ਸਿਰ ਤੋਂ ਲੋਥ ਚੁੱਕ ਕੇ ਲਾਹੌਰ ਲਿਜਾ ਖਾਨ ਬਹਾਦਰ ਜ਼ਕਰੀਆ ਖਾਨ ਦੇ ਮੂਹਰੇ ਧਰ ਕੇ ਪਰਿਵਾਰ ਖੂਬ ਪਿੱਟਿਆ। ਧਾਈ ਮਾਰ ਮਾਰ ਫਰਿਆਦੀ ਹੋਇਆ ਕਿ ਤੁਹਾਡੇ ਹੁਕਮ ਦੀ ਪਾਲਣਾ ਕਰਦਾ ਇਹ ਮਾਰਿਆ ਗਿਆ ਹੈ। ਤੁਹਾਡੀ ਕੀ ਸ਼ਾਹੀ ਹੈ, ਕੀ ਰੋਬ ਤੇ ਕੀ ਡਰ ਹੈ। ਤੁਸੀਂ ਜਿਨ੍ਹਾਂ ਨੂੰ ਮਾਰ ਮਕਾਉਣ ਲਈ ਲੱਕ ਬੱਧਾ ਹੈ, ਉਹ ਤਾਂ ਮਰਦੇ ਨਹੀਂ। ਅਣਿਆਈ ਮੌਤ ਸਾਡੇ ਸਿਰ ਆਣ ਪਈ ਹੈ। ਅਸੀਂ ਕਿਤਿਓਂ ਜੋਗੇ ਨਹੀਂ, ਜਿੰਨਾ ਚਿਰ ਸਾਡਾ ਵੈਰ ਲੈ ਕੇ ਸਾਨੂੰ ਇਨਸਾਫ ਨਹੀਂ ਮਿਲਦਾ। ਜ਼ਕਰੀਆ ਖਾਨ ਨੂੰ ਸਭ ਤੋਂ ਜ਼ਿਆਦਾ ਗੁੱਸਾ ਇਲਾਕੇ ਦੇ ਚੌਧਰੀਆਂ ਤੇ ਆ ਰਿਹਾ ਸੀ, ਜੋ ਫੜਾ ਮਾਰਿਆ ਕਰਦੇ ਸਨ ਕਿ ਅਸਾਂ ਆਪਣੇ ਇਲਾਕਿਆਂ ਵਿੱਚੋਂ ਸਿੰਘ ਮੁਕਾ ਛੱਡੇ ਹਨ। ਸਿੰਘ ਕਿਧਰੇ ਦਿਖਦੇ ਸੁਣੀਦੇ ਨਹੀਂ। ਤੇ ਫਿਰ ਚੌਧਰੀਆਂ ਨੂੰ ਕੁਟਾਪਾ। ਇਲਾਕੇ ਦੇ ਸਾਰੇ ਚੌਧਰੀ ਲਾਹੌਰ ਸੱਦੇ ਗਏ। ਮੂਧੇ ਪਾ ਕੇ ਖੂਬ ਜੂਤ ਭਰਾਇਆ। ਬੜਾ ਗਾਲੀ ਗਲੋਚ ਹੋਇਆ। ਖਾਨ ਨੇ ਕਿਹਾ, ਮੈਨੂੰ ਤਾਂ ਤੁਸੀਂ ਕਹਿੰਦੇ ਸੋ ਕਿ ਇਲਾਕੇ ਚੋਂ ਸਿੰਘ ਮਾਰ ਮੁਕਾਏ ਹਨ, ਕੋਈ ਰਹਿਣ ਨਹੀਂ ਦਿੱਤਾ। ਦੱਸੋ ਇਹ ਤੁਹਾਡੇ ਜਵਾਈ ਕਿੱਥੋਂ ਆਏ ਹਨ? ਸੋ ਹੁਣ ਜਾਂ ਤਾਂ ਮੱਸੇ ਦੇ ਕਾਤਲ ਫੜਾ ਦਿਓ, ਨਹੀਂ ਤਾਂ ਉਸ ਦੇ ਖੂਨ ਦਾ ਬਦਲਾ ਤੁਹਾਡੇ ਸਿਰੋਂ ਪੂਰਾ ਹੋਵੇਗਾ। ਜੰਡਿਆਲੀਏ ਹਰ ਭਗਤ ਦੀ ਮੁਖਬਰੀ। ਚੌਧਰੀਆਂ ਬਹੁਤ ਮੱਥਾ ਮਾਰਿਆ, ਚੁਫੇਰੇ ਆਪਣੇ ਸੂਹੀਏ ਛੱਡੇ, ਪਰ ਕੋਈ ਪਤਾ ਨਾ ਲੱਗੇ। ਜੰਡਿਆਲੇ ਦਾ ਹਰ ਭਗਤ ਨਿਰੰਜਨੀਆਂ ਸਿੰਘਾਂ ਦਾ ਬੜਾ ਵੱਡਾ ਦੁਖੀ ਸੀ। ਉਸ ਨੇ ਇਸ ਕਤਲ ਦੀ ਸੂਹ ਕੱਢ ਕੇ ਲਾਹੌਰ ਜ਼ਕਰੀਆ ਖਾਨ ਪਾਸ ਜਾ ਚੁਗਲੀ ਕੀਤੀ ਕਿ ਚੌਧਰੀ ਮੱਸੇ ਦੇ ਕਾਤਲ ਮਤਾਬ ਸਿੰਘ ਮੀਰਾਂ ਕੋਟੀਆ ਤੇ ਸੁੱਖਾ ਸਿੰਘ ਮਾੜੀ ਕੰਬੋਗੇ ਵਾਲਾ ਹਨ। ਜ਼ਕਰੀਆ ਖਾਨ ਨੇ ਨੂਰਦੀਨ ਫੌਜਦਾਰ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਫੌਰਨ ਮੀਰਾਂ ਕੋਟ ਜਾਵੇ ਤੇ ਮਤਾਬ ਸਿੰਘ ਦਾ ਬਾਲ ਬੱਚਾ ਪਕੜ ਕੇ ਇੱਥੇ ਪੇਸ਼ ਕਰੋ। ਨੂਰਦੀਨ ਨੇ ਆਪਣੀ ਫੌਜ ਤੇ ਚੌਧਰੀਆਂ ਦੀ ਧਾੜ ਲੈ ਕੇ ਆ ਮੀਰਾਂ ਕੋਟ ਨੂੰ ਘੇਰੇ। ਮੱਸੇ ਰੰਗੜ ਦੇ ਭਰਾ ਭਤੀਜੇ ਵੀ ਮਾਰੋ ਮਾਰ ਕਰਦੇ ਨਾਲ ਗਏ ਸਨ। ਇੱਥੋਂ ਦਾ ਚੌਧਰੀ ਨੱਥਾ ਖਹਿਰਾ ਸੀ। ਉਸ ਨੂੰ ਬੁਲਾ ਕੇ ਕਿਹਾ ਕਿ ਮਤਾਬ ਸਿੰਘ ਦਾ ਪੁੱਤਰ ਤੁਰੰਤ ਪੇਸ਼ ਕਰੋ। ਯਾਦ ਰਹੇ ਕਿ ਸਰਦਾਰ ਮਤਾਬ ਸਿੰਘ ਬੀਕਾਨੇਰ ਨੂੰ ਜਾਂਦਾ ਹੋਇਆ ਆਪਣੇ ਪੁੱਤਰ ਰਾਏ ਸਿੰਘ ਦੀ ਬਾਂਹ ਨੱਥੇ ਖਹਿਰੇ ਪਿੰਡ ਦੇ ਨੰਬਰਦਾਰ ਨੂੰ ਫੜਾ ਗਿਆ ਸੀ। ਨੱਥਾ ਖਹਿਰਾ ਬੜੇ ਦਿਲ ਗੁਰਦੇ ਵਾਲਾ ਆਦਮੀ ਸੀ। ਸਰਕਾਰ ਦੇ ਵਿਰੋਧੀਆਂ ਦਾ ਪੁੱਤ ਘਰ ਰੱਖ ਕੇ ਪਾਲਣਾ ਕੋਈ ਮਾਮੂਲੀ ਗੱਲ ਨਹੀਂ ਸੀ। ਉਸ ਨੇ ਬੜੀ ਨਿਮਰਤਾ ਨਾਲ ਅਰਜ਼ ਕੀਤੀ ਕਿ ਜੇ ਇਹ ਭਰੋਸਾ ਦਿਵਾਇਆ ਜਾਵੇ ਕਿ ਉਸ ਨਿਰਦੋਸ਼ ਬੱਚੇ ਨੂੰ ਬਾਪ ਦੀ ਵਜ੍ਹਾ ਕਰਕੇ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਮੈਂ ਪੇਸ਼ ਕਰਨ ਨੂੰ ਤਿਆਰ ਹਾਂ। ਫਿਰ ਅਰਜ਼ ਹੈ ਕਿ ਬੇਗੁਨਾਹ ਬੱਚੇ ਨੂੰ ਕੁਝ ਨਾ ਕਿਹਾ ਜਾਵੇ। ਨੂਰਦੀਨ ਭੜਕਿਆ, ਕਿਸੇ ਸਿੱਖ ਦੇ ਪੁੱਤਰ ਉੱਤੇ ਰਹਿਮ, ਫਿਰ ਮਤਾਬ ਸਿੰਘ ਦੇ ਪੁੱਤਰ ਉੱਤੇ ਰਹਿਮ। ਤੈਨੂੰ ਆਪਣੀ ਜ਼ਿੰਦਗੀ ਦੀ ਲੋੜ ਹੈ ਕਿ ਨਹੀਂ? ਖਬਰਦਾਰ, ਜੇ ਮੁੜ ਕੇ ਇਹ ਗੱਲ ਮੂੰਹੋਂ ਕੱਢੀ ਤਾਂ ਛੇਤੀ ਲਿਆ ਕੇ ਹਾਜ਼ਰ ਕਰ, ਜੇ ਆਪਣੀ ਖੈਰ ਚਾਹੁੰਦਾ। ਚੌਧਰੀ ਨੱਥਾ ਖਹਿਰਾ ਸਿਆਣਾ ਸੀ, ਕੁਝ ਨਹੀਂ ਬੋਲਿਆ, ਨੀਵੀਂ ਪਾਈ ਤੁਰ ਗਿਆ। ਘਰ ਜਾ ਕੇ ਸਾਰੀ ਗੱਲ ਆਪਣੇ ਪੁੱਤ ਨੂੰ ਕਹਿ ਸੁਣਾਈ।
ਪਲ ਕੁ ਰੁਕ ਕੇ ਨਾਲ ਹੀ ਕਿਹਾ, ਪੁੱਤਰਾ, ਬਾਂਹ ਫੜੀ ਦੀ ਲਾਜ ਕਿਵੇਂ ਨਿਭਾਈ ਦੀ ਹੈ, ਇਹ ਸਬਕ ਦ੍ਰਿੜ ਕਰਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਚੱਲ ਕੇ ਦਿੱਲੀ ਗਏ। ਜਾਬਰ ਬਾਦਸ਼ਾਹ ਨੂੰ ਕਿਹਾ ਸੀ ਕਿ ਮਜ਼ਲੂਮ ਤੇ ਬਲਹੀਣ ਹਿੰਦੂਆਂ ਦੀ ਬਾਂਹ ਮੈਂ ਫੜ ਲਈ ਹੈ। ਬਾਂਹ ਨਹੀਂ ਸੀ ਛੱਡੀ, ਸ਼ਹੀਦੀ ਪਾ ਗਏ ਸਨ। ਪੁੱਤਰ ਸੋਚ, ਸਾਨੂੰ ਹੁਣ ਬਾਂਹ ਫੜੀ ਦੀ ਲਾਜ ਪਾਲਣੀ ਚਾਹੀਦੀ ਹੈ ਜਾਂ ਨਹੀਂ? ਲਿਖਿਆ ਸਦਾ ਲਈ ਅਣਖ ਨੂੰ ਦਾਗ ਲੱਗ ਜਾਵੇਗਾ। ਪੁੱਤਰ ਨੇ ਦ੍ਰਿੜ ਭਰੋਸੇ ਨਾਲ ਕਿਹਾ, ਪਿਤਾ ਜੀ, ਰਾਏ ਸਿੰਘ ਹਰ ਕੀਮਤ ਤੇ ਬਚਣਾ ਚਾਹੀਦਾ ਹੈ। ਉਸ ਦੀ ਜ਼ਿੰਦਗੀ ਬਚਾਉਣ ਖਾਤਰ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰ ਦਿਆਂਗੇ, ਪਰਵਾਹ ਨਾ ਕਰੋ, ਸਿਰ ਹਾਜ਼ਰ ਹੈ। ਚੌਧਰੀ ਨੱਥਾ ਰਾਏ ਸਿੰਘ ਨੂੰ ਬਚਾਉਣ ਲਈ ਪਿੰਡੋਂ ਲੈ ਨੱਸਿਆ। ਉਸ ਵੇਲੇ ਘਰ ਵਿੱਚ ਚੌਧਰੀ ਨੱਥਾ, ਉਸ ਦਾ ਪੁੱਤਰ, ਉਸ ਦਾ ਭਣੇਵਾ, ਇੱਕ ਕਾਮਾ ਮਜਬੀ ਸਿੰਘ ਤੇ ਇੱਕ ਬਰਵਾਲਾ ਮੌਜੂਦ ਸਨ। ਸਾਰਿਆਂ ਨੇ ਜੋ ਹਥਿਆਰ ਹੱਥ ਆਇਆ ਲੈ ਕੇ ਪਿੰਡੋਂ ਨਿਕਲ ਕੇ ਪਿੰਡ ਕਮੋਆਂ ਵਾਲੇ ਪਾਸੇ ਭੱਜਣ ਦੀ ਕੀਤੀ। ਕੁਝ ਦੇਰ ਤੱਕ ਜਦ ਨੱਥਾ ਨੰਬਰਦਾਰ ਨਾ ਪਹੁੰਚਿਆ ਤਾਂ ਨੂਰਦੀਨ ਨੂੰ ਕੁਝ ਸ਼ੱਕ ਜਿਹਾ ਪਿਆ, ਪਰ ਛੇਤੀ ਹੀ ਹਰਭਗਤ ਨਿਰੰਜਨੀਏ ਨੇ ਆ ਕੇ ਦੱਸਿਆ ਕਿ ਚੌਧਰੀ ਨੱਥਾ ਰਾਏ ਸਿੰਘ ਨੂੰ ਲੈ ਕੇ ਪਿੰਡੋਂ ਕਮੋਆਂ ਵੱਲ ਨੱਸ ਗਿਆ ਹੈ। ਚੌਧਰੀ ਨੱਥੇ ਦੀ ਸ਼ਹੀਦੀ। ਨੂਰਦੀਨ ਫੌਜ ਲੈ ਕੇ ਮਗਰੇ ਚੜ੍ਹ ਪਿਆ ਤੇ ਚੌਧਰੀ ਨੱਥੇ ਨੂੰ ਪਿੰਡ ਕਮੋਆਂ ਦੇ ਰਾਹ ਵਿੱਚ ਪਿੰਡੋਂ ਬਾਹਰ ਹੀ ਜਾ ਘੇਰਿਆ। ਨੱਥੇ ਨੇ ਫੌਜ ਆਉਂਦੀ ਵੇਖ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਰਾਏ ਸਿੰਘ ਨੂੰ ਲੈ ਕੇ ਨੱਸ ਜਾ ਤੇ ਮੈਂ ਫੌਜ ਨਾਲ ਇਕੱਲਾ ਹੀ ਟੱਕਰਾਂਗਾ। ਪਰ ਪੁੱਤ ਪਿਤਾ ਨੂੰ ਛੱਡ ਕੇ ਜਾਣਾ ਨਾ ਮੰਨਿਆ। ਇਹਨੇ ਨੂੰ ਨੂਰਦੀਨ ਦੀ ਫੌਜ ਆਣ ਪਹੁੰਚੀ। ਚੌਧਰੀ ਨੱਥਾ ਬੜਾ ਨਿਪੁੰਨ ਤੀਰ ਅੰਦਾਜ਼ ਸੀ। ਜਿੰਨਾ ਚਿਰ ਉਸ ਦੇ ਪੱਥੇ ਚੋਂ ਤੀਰ ਮੁੱਕ ਨਹੀਂ ਗਏ, ਉਸ ਨੇ ਕਿਸੇ ਨੂੰ ਲਾਗੇ ਨਹੀਂ ਟੁਕਣ ਦਿੱਤਾ। ਫਿਰ ਉਸ ਨੇ ਤਲਵਾਰ ਧੂ ਲਈ। ਫੌਜ ਨੇ ਤੀਰ ਮੁੱਕੇ ਵੇਖ ਕੇ ਚੁਫੇਰਿਓਂ ਹੱਲਾ ਬੋਲ ਦਿੱਤਾ। ਚੌਧਰੀ ਨੱਥੇ ਨੇ ਬੜੇ ਸੋਹਣੇ ਹੱਥ ਵਿਖਾਏ ਤੇ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਏ। ਉਸ ਦਾ ਭਣੇਵਾ ਕਿਵੇਂ ਨਾ ਕਿਵੇਂ ਜੰਗਲ ਵਿੱਚ ਲੁਕ ਕੇ ਜਾਨ ਬਚਾ ਗਿਆ। ਬਾਕੀ ਤਿੰਨੇ, ਨੱਥੇ ਦਾ ਪੁੱਤਰ, ਮਜਬੀ ਸਿੰਘ ਤੇ ਬਰਵਾਲਾ, ਫੌਜ ਨਾਲ ਮੱਥਾ ਜੋੜ ਕੇ ਮਰਦਾਂ ਵਾਂਗ ਲੜੇ ਤੇ ਸ਼ਹੀਦੀਆਂ ਪਾ ਗਏ। ਰਾਏ ਸਿੰਘ ਬੁਰੀ ਤਰ੍ਹਾਂ ਘਾਇਲ ਪਰ ਬਚ ਗਿਆ। ਚੁਫੇਰੇ ਲਾਸ਼ਾਂ ਖਿਲਰੀਆਂ ਪਈਆਂ ਸਨ। ਹੁਣ ਵਾਰੀ ਆਈ ਰਾਏ ਸਿੰਘ ਦੀ। ਉਹ ਤਾਇਆ ਜੀ ਕਰਦਾ ਹੋਇਆ ਚੌਧਰੀ ਨੱਥੇ ਦੀਆਂ ਲੱਤਾਂ ਨਾਲ ਚਿੰਬੜਿਆ ਪਿਆ ਸੀ। ਉਹ ਉਸ ਨੂੰ ਉਠਾਉਣ ਦਾ ਯਤਨ ਕਰ ਰਿਹਾ ਸੀ। ਬੇਰਹਿਮ ਸਿਪਾਹੀਆਂ ਨੇ ਉਸ ਨਿਰਦੋਸ਼ ਬੱਚੇ ਉੱਤੇ 3 ਵਾਰ ਤਲਵਾਰ ਦੇ ਕੀਤੇ। ਬੱਚਾ ਮੂੰਹ ਦੇ ਮੂੰਹ ਪਿਆ ਹੋਇਆ ਸੀ। ਤਲਵਾਰ ਦੇ ਪਹਿਲੇ ਵਾਰ ਨਾਲ ਪਿਛਲੇ ਪਾਸਿਓਂ ਧੌਣ ਵੱਢੀ ਗਈ, ਪਰ ਸਾਹ ਰਗ ਬਚੀ ਰਹੀ। ਦੂਜੇ ਨਾਲ ਗਲ ਵਾਲੀ ਹੱਡੀ ਭਾਵ ਹੰਸਲੀ ਕੱਟੀ ਗਈ ਤੇ ਤੀਜੀ ਵਾਰ ਮੋਢਾ ਚੀਰ ਕੇ ਨਿਕਲ ਗਿਆ। ਨਿਰਦਈ ਵੈਰੀ ਬੱਚੇ ਨੂੰ ਮਰ ਗਿਆ ਜਾਣ ਕੇ ਉੱਥੇ ਪਿਆ ਛੱਡ ਗਏ। ਜਿਸ ਨੂੰ ਮਾਲਕ ਰੱਖੇ ਉਸ ਨੂੰ ਕੌਣ ਮਾਰ ਸਕਦਾ? ਰਾਏ ਸਿੰਘ ਸਹਿਕਦਾ ਪਿਆ ਸੀ ਜਾਂ ਪਿਛਲੇ ਪੈਰ ਇੱਕ ਕੰਬੋਣੀ ਔਰਤ ਸ਼ਹਿਰੋਂ ਸ੍ਰੀ ਅੰਮ੍ਰਿਤਸਰ ਤੋਂ ਸਾਗ ਵੇਚ ਕੇ ਪਰਤੀ ਤੇ ਉੱਥੋਂ ਲੰਘਦੀ ਨੇ ਖਿਲਰੀਆਂ ਪਈਆਂ ਲੋਥਾਂ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਬੁਰੀ ਤਰ੍ਹਾਂ ਘਾਇਲ ਤੇ ਖੂਨ ਵਿੱਚ ਲੱਥ-ਪੱਥ ਪਰ ਅਜੇ ਜਿਉਂਦੇ ਨੂੰ ਵੇਖ ਕੇ ਆਪਣੀ ਖਾਰੀ ਟੋਕਰੀ ਵਿੱਚ ਰੱਖ ਕੇ ਸਿਰ ਤੇ ਚੁੱਕ ਲਿਆ ਤੇ ਪਿੰਡ ਰੁਡਾਲੇ ਰਾਮ ਤੀਰਥ ਦੇ ਨਜ਼ਦੀਕ, ਜਿੱਥੇ ਸਰਦਾਰ ਮਹਿਤਾਬ ਸਿੰਘ ਦੀ ਤਾਈ ਰਹਿੰਦੀ ਸੀ, ਉਸ ਪਾਸੇ ਲੈ ਆਈ। ਇੱਕ ਦਰਦਮੰਦ ਫੱਟ ਬੰਨ ਨੇ ਜ਼ਖਮ ਸਿਉਂ ਦਿੱਤੇ। ਚੰਗੀ ਸੇਵਾ ਕੀਤੀ ਤੇ ਇਸ ਬਿਧ ਰਾਏ ਸਿੰਘ ਬਚ ਗਿਆ। ਰਾਏ ਸਿੰਘ ਜਵਾਨ ਹੋ ਕੇ ਸਰਦਾਰ ਸ਼ਾਮ ਸਿੰਘ ਨਾਰਲੇ ਵਾਲਾ, ਜੋ ਕਰੋੜ ਸਿੰਘੀਆ ਮਿਸਲ ਦਾ ਜਥੇਦਾਰ ਸੀ, ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਉਸ ਨੇ ਆਪਣੇ ਪਿਤਾ ਵਾਂਗ ਆਪਣੀ ਬਹਾਦਰੀ ਦੇ ਖੂਬ ਜੌਹਰ ਵਿਖਾਏ। ਸਰਦਾਰ ਸ਼ਾਮ ਸਿੰਘ ਦੀ ਲੜਕੀ ਨਾਲ ਹੀ ਇਸ ਦਾ ਆਨੰਦ ਕਾਰਜ ਹੋਇਆ। ਸਰਦਾਰ ਰਾਏ ਸਿੰਘ ਦਾ ਅੱਗੇ ਪੁੱਤਰ ਸਰਦਾਰ ਰਤਨ ਸਿੰਘ ਭੰਗੂ ਹੋਇਆ ਹੈ, ਜਿਸ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕੀਤੀ ਹੈ। ਪੂਰਿਆਂ ਵਾਲੇ ਰਾਜੇ ਕੀਤੇ, ਭਾਗ 41। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।